साहिब जी। आवहो सिख सतगुरु के प्यारे हो। गावहु केरी बाणिया सिर बाणी बाणी गुरु। गुरु है बाणी विच बाणी अमृत सारे। गुर बाणी कहे सेवक जन मानै। प्रतख गुरु निस्तारे। बाणी बिरलो विचारसी। जे को गुरमुख होए एह बाणी महापुरख की। निज घर वासा होए। सारंग महला पंजवा। मोहनी मोहत रहै ना होरी। साधक सिद्ध सगल की प्यारी। टुटै ना काहूँ तोरी। मोहनी मोहत रहै ना होरी। साधक सिद्ध सगल की प्यारी। टुटै ना काहूँ तोरी। रहाओ खट शास्त्र उचरत रसनागर। तीरथ गवन ना थोरी। पूजा चक्र भरत नेम तपिया। ऊहा गैल ना छोरी। अंधकूप मह पतित होत जग। संत हो करहु परम गत मोरी। साध संगत नानक भयो मुक्ता। दर्शन पेखत पोरी। अंधकूप मह पतित होत जग। संत हो करहु परम गत मोरी। साध संगत नानक भयो मुक्ता।
ਦਰਸ਼ਨ ਪੇਖਤ ਭੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੰਗ ਰਾਗ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਸ ਪਾਵਨ ਦੀ ਸ਼ਬਦ ਦੀ ਵਿਚਾਰ ਸਰਵਣ ਕਰਵਾ ਰਹੇ ਹਨ ਮਾਨਯੋਗ ਡਾਕਟਰ ਮਨਪ੍ਰੀਤ ਸਿੰਘ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਸੰਗਤ ਦੇ ਸਹਿਯੋਗਤਾ ਸਦਕਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬੜਾ ਵੱਡਾ ਬੜਾ ਨਵੇਕਲਾ ਉਪਰਾਲਾ ਕੀਤਾ ਗਿਆ। ਜਿਹੜੇ ਗਰੀਬ ਗੁਰਸਿੱਖ ਬੱਚੇ ਆਪਣੀ ਪੜ੍ਹਾਈ ਕਰਨ ਵਿੱਚ ਅਸਮਰੱਥ ਹਨ, ਤਕਰੀਬਨ 550 ਬੱਚੇ ਅਡਾਪਟ ਕਰਕੇ ਉਹਨਾਂ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਆਪ ਸਮੂਹ ਸੰਗਤ ਦੇ ਸਹਿਯੋਗ ਦੇ ਸੰਬੰਧ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜ਼ਿੰਮੇ ਲਿਆ ਗਿਆ। ਉਹਨਾਂ ਬੱਚਿਆਂ ਦੀ ਅਗਲੇਰੀ ਪੜ੍ਹਾਈ ਦਿੱਲੀ ਕਮੇਟੀ ਦੇ ਜੋ ਸੰਸਥਾਵਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਉਹਨਾਂ ਦੀ ਅਗਲੀ ਪੜ੍ਹਾਈ ਪੂਰੀ ਕਰਵਾਈ ਜਾਏਗੀ। ਸੋ ਜਿਹੜੇ ਗਰੀਬ ਗੁਰਸਿੱਖ ਬੱਚੇ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੇ ਨੇ, ਉਹ ਦਿੱਲੀ ਕਮੇਟੀ ਦੇ ਹੈੱਡ ਆਫਿਸ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਪਣਾ ਨਾਮ ਲਿਖਵਾ ਸਕਦੇ ਹਨ। ਇਸੇ ਪਾਵਨ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਤੌਰ ਤੇ ਕਾਊਂਟਰ ਲਾਇਆ ਗਿਆ, ਉੱਥੇ ਆਪ ਜੀ ਉਹਨਾਂ ਬੱਚਿਆਂ ਦਾ ਨਾਮ ਲਿਖਵਾ ਸਕਦੇ ਹੋ। ਅਤੇ ਜਿਨ੍ਹਾਂ ਗੁਰਮੁਖ ਸੱਜਣਾ ਨੇ ਇਸ ਲਹਿਰ ਦੇ ਵਿੱਚ ਸਹਿਯੋਗ ਪਾਉਣਾ ਹੋਵੇ, ਆਪਣੀ ਦਸਵੰਧ ਦੀ ਮਾਇਆ ਲੇਖੇ ਲਾਉਣੀ ਹੋਵੇ, ਉਹ ਵੀ ਆਪਣਾ ਨਾਮ ਲਿਖਵਾ ਸਕਦੇ ਨੇ, ਉੱਥੇ ਮਾਇਆ ਵੀ ਦੇ ਸਕਦੇ ਹੋ। ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਤੌਰ ਤੇ ਕਾਊਂਟਰ ਲਾਇਆ ਗਿਆ, ਉੱਥੋਂ ਤੁਹਾਨੂੰ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ। ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ 135ਵਾਂ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ NDMC ਕਨਵੈਨਸ਼ਨ ਹਾਲ ਜੰਤਰ ਮੰਤਰ ਸਾਹਮਣੇ 24 ਜੂਨ ਨੂੰ ਸ਼ਾਮੀ 4 ਵਜੇ ਤੋਂ ਵਿਸ਼ੇਸ਼ ਦੀਵਾਨ ਸਜ ਰਹੇ ਹਨ। 25 ਜੂਨ ਨੂੰ ਪੰਥ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਇਹਨਾਂ ਦਾ ਸ਼ਹੀਦੀ ਦਿਹਾੜਾ ਬਾਬਾ ਜੀ ਦੀ ਯਾਦ ਵਿੱਚ ਬਣੇ ਅਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਮਨਾਇਆ ਜਾ ਰਿਹਾ ਹੈ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ ਨੂੰ ਇਸੇ ਪਾਵਨ ਸਥਾਨ ਤੇ ਮਨਾਈ ਜਾ ਰਹੀ ਹੈ। ਸ਼ਾਮ ਸੋਦਰ ਦੇ ਪਾਠ ਤੋਂ ਲੈ ਕੇ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਜਪ ਜਾਪ ਸੇਵਾ ਟਰਸਟ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ 3 ਜੁਲਾਈ ਨੂੰ ਬਾਬਾ ਤੇਜਾ ਸਿੰਘ ਜੀ ਦੀ ਯਾਦ ਵਿੱਚ ਜੋ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹਰ ਸਾਲ, ਇਸ ਸਾਲ ਵੀ 3 ਜੁਲਾਈ ਨੂੰ ਇਸੇ ਪਾਵਨ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੀਏ। 2 ਦਿਨ ਦਾ ਸਮਾਂ ਡਾਕਟਰ ਭਾਈ ਮਨਪ੍ਰੀਤ ਸਿੰਘ ਜੀ ਦਾ ਸਾਡੇ ਪਾਸ ਹੈ। ਆਓ ਬੜੇ ਪਿਆਰ ਅਦਬ ਦੇ ਨਾਲ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ,
जैसी अगन उदर मह तैसी बाहर माया। माया अगन सब इको जेहि करता खेल रचाया। जां तिस भाणा तां जम्या परवार भला पाया। लिव छुड़की लगी तृष्णा माया अमर वरताया। कृपा करहो दीन के दाते मेरा गुण अवगुण ना विचारो कोई। माटी का क्या तो पै स्वामी मानस की गत एही। हाजरा हुजूर जहरा ज़हूर सर्ब कला भरपूर जबर छतर तखत दे मालिक रूहानियत दे भंडार कमाल करामात कायम करीम रज़ा बख्श राज़क रिहाकुन रहीम अमा बख्श बख्शिंदे ओ दस्तगीर खता बख्श रोज़ी देहो दिल पजीर शहनशाही वाली सुखां दे खजाने करुणा निधान दीन दयाल सतगुरु श्री गुरु ग्रंथ साहब महाराज जी की पावन मुकद्दस हजूरी अंदर ऐसे बख्शिंद सतगुरु जी के दरबार की आप हाज़री भर रहे हो जिन्हां दी अंदर की दृष्टि अज्ञानता वाली बिरती नूं भी ज्ञान के भंडारे विच भर दिंदी है। ऐसे दीन दयाल सतगुरु जिन्हां दा चिंतन कीतियां सिमरन कीतियां अंदरों दीदार कीते सारे दुख कलेश रोग नाश हो जाते हैं। श्री हरकृष्ण ध्याई है जिस डिठे सब दुख जाए। आप बहुत वडभागी हो साहिब सतगुरु श्री हरकृष्ण साहब महाराज जी दे मुकद्दस दरबार की हाज़री भर रहे हो। दूर बैठियां देश विदेश विच संगतां मीडिया राही सरवण कर रही है जी। आप सारियां संगतां दी सेवा चरण बोसी कर सकां आप असीस बख्शो तौफीक बख्शो। गुरु हरकृष्ण साहब महाराज जी तरसन आप नदरे रहमत करके शब्द की विचार कराउण। विचार आरंभण तो पहला कोई भी रसना वांझी ना रहे। गज वज के गुरु बख्शी फतेह सांझी करो जी। वाहिगुरू जी का खालसा वाहिगुरू जी की फतेह। साहिब सतगुरु शहीदां दे सरताज बाणी के बोहित तैं जनमत गुरमत ब्रह्म पछाणियो। इस तपदी सड़दी लुकाई नूं मनुख जात नूं खसम की बाणी गुरु ग्रंथ साहब महाराज जी के रूप च पोथी साहब के रूप दे विच एक ज्ञान ध्यान की बिरती नूं दृढ़ करने वास्ते ऐसा तरस ऐसी मेहर श्री गुरु अर्जन साहब महाराज जी ने की है जी। उन्हां दे मुखारबिंद तो उचारण लड़ीवार शब्द की विचार जिहड़ा अज शब्द विचार अधीन आया आप जी ने सत्कारयोग भाई साहब जी पासों सरवण किया है। सारंग महला पंजवां। मोहनी मोहत रह ना होरी सादिक सिद्ध सगल की प्यारी टुटै ना काहूं तोरी। रहाओ मोहनी का भाव है जिहड़ा मोह लैंदी है जिहड़ी ठग बूटी है
जो सारा कुछ जानन तो बाद भी मनुख की बिरती नूं गलतान कर देंदी है। मन जानत सब बात, जानत ही औगन करे। जाणदियां होयां भी ठग बूटी ए नशा ਇਹ ਮੋਹ ਨਹੀਂ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਮਾਇਆ ਦੇ ਰੂਪ 'ਚ ਆਇਆ। ਤਕਰੀਬਨ 842 ਵਾਰ ਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਲਫ਼ਜ਼ ਮਾਇਆ ਵਰਤਿਆ ਗਿਆ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਮਾਇਆ ਦਾ ਜਿੰਨਾ ਪਸਾਰਾ ਹੈ, ਜਿੰਨੇ ਕੁ ਵਿਚਾਰ, ਜਿੰਨੀ ਕੁ ਡਾਇਮੈਂਸ਼ਨਸ ਗੁਰੂ ਸਾਹਿਬਾਨਾਂ ਨੇ, ਭਗਤ ਜਨਾਂ ਨੇ ਪੇਸ਼ ਕੀਤੀ ਹੈ, इस धरती के किसी भी ग्रंथ दे विच, इस धरती के किसी भी ज्ञान ध्यान के सोमे दे विच इन्नी असीम ते इन्ना पैन व्यू माया बाबत नहीं है। आप ही विचार लगाओ कि 842 वार ही ये लफ्ज़ वरत्या ते इहदी आरंभता कित्थों होंदी है। असी मंगलाचरण च शब्द पढ़िया, महला तीजा गुरु अमरदास जी का, कि जैसी अगन उदर मह तैसी बाहर माया। ये उदर तो ही चिंबड़ जाती है, माता दे उदर तो चिंबड़ जाती है। असर इसलिए नहीं करती क्योंकि माता दे उदर दे विच असी जद हुंदे हां ते प्रभु दे चरणां 'च अरज़ोई ते अरदासां कर रहे हुंदे हां। जैसी अगन उदर मह तैसी बाहर माया, माया अगन सब इको जेही करता खेल रचाया। ये ते खेड करते दा है। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਸਤਿਗੁਰ ਜੀ ਦਾ ਭਾਣਾ ਹੋਇਆ, ਸਾਡਾ ਜਨਮ ਹੋਇਆ ਤੇ ਪਰਿਵਾਰ ਭਲਾ ਪਾਇਆ। ਇਹ ਵੀ ਸ਼ੁਕਰ ਹੈ ਕਿ ਸਤਿਗੁਰ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਰਧਾ ਭਾਵਨਾ ਭੇਟ ਕਰਨ ਵਾਲੇ ਪਰਿਵਾਰ ਦੇ ਵਿੱਚ ਸਾਡਾ ਜਨਮ ਹੋਇਆ, ਸਿੱਖ ਦੇ ਵਿੱਚ ਜਨਮ ਹੋਇਆ, ਸਿੱਖੀ ਦੀ ਗੁੜਤੀ ਮਿਲੀ। ਪਰ ਅੱਗੋਂ ਕੀ ਹੋਇਆ? ਲਿਵ ਛੁੜਕੀ लगी तृष्णा, माया अमर वरताया। जपो जी, माया अमर। अमर का मतलब है उस वाहिगुरु जी का हुक्म वजाउण वास्ते ये माया आ गई। ये माया की अपनी ताकत नहीं है। गुरु अमरदास जी कहते कि ये हुक्म है, ये करतार की रजा है कि ये माया सानू चिंबड़ी। माया अमर वरताया ते कीता कि इस माया ने, ये माया जित हर वीसरै। इस माया ने सब तो बेसिक प्रीलिमिनरी काम ये किया कि सानू वाहिगुरु जी की प्रीत तो विसार दिता। ये माया जित हर वीसरै मोह उपजै। दूजा काम इन्हें किया, डाढ़ा मुँह पा दिता। पहले प्यार लगा थण दुध, दूजा माए बाप की सुध, तीजा भैया भाभी बेब, चौथा प्यार उपन्नी खेड, पंजवें खान पीन की धात, छेवें काम ना पुछै जात, सतवें संझ किया करवास, अठवें क्रोध हुआ तन नास, नौवें धोले उबे सा, दसवां दद्दा हुआ स्वा। आ शुरू तो लैके अंत तक चिंबड़ी रही। आ है यह है माया का पसारा। पहली अवस्था तो लैके मोह उपजै, ये माया। एक ते हर विसर गया, मोह उपजै भाव दूजा लाया ते दूजे वाल तोड़ता। दूजा की है? दूजे का मतलब जिथे वाहिगुरु जी का सिमरन विसिमरन हो जाए, चेता विसर जाए, शुकराना विसर जाए, तो इसी माया के होर पक्ष नूं आपां दर्शन करिए। मोहनी लफ्ज़ वरत्या है। मोहनी मोहत रह न हो रहा, ना हो रहा, ना होरी। होरी का मतलब है होड़ कोई नहीं सकता। मोहनी मोहत रह ना होरी। होरी का मतलब इस धरती ते किसी की ताकत नहीं है कि इस माया की बिरती तो अपने जतन, अपनी समर्था, अपनी चलाकी सियाणप नाल इथों परे हो जाए, निर्लेप हो जाए। होड़ी आ जिहड़ी चिंबड़ी हुई है ना, इनू अपने जतन नाल असी हटा नहीं सकते। ते साहिब जी तो पूछिए कि माया की है? माया ममता मोहनी, आ मोहनी है, आ मोह लैण वाली ठग बूटी है। सारा कुछ जान के भी जद असी अवगुण करते हैं, उन्होंने कहना मोहनी। ਉਹਦਾ मतलब है नशे दे विच धुत हो जाना माया दे। नशा सिर्फ बाहरों लई हुई वस्तु का नहीं है, जिहड़ा पीण दा या खाण दा जिहदा जिक्र गुरु ग्रंथ साहिब जी की बाणी च आया,
कि जित पीता मत दूर होए बरल पवै विच आए अपना पराया ना पछाणनी खसमो तके खाए। पर यह डाडा नशा माया का भी है। हुण माया असी सिर्फ एक पक्ष लै लेंदे कि पैसे नहीं, कला लक्ष्मी पक्ष माया नहीं है। ये शरीर सब मूल है माया, दूजा भाए भरम भुलाया। माया का मतलब हर एक छोटे तो छोटी चीज़, छोटे तो छोटा पसारा जिहड़ा सतगुरु जी ने दूई कुदरत साजिया के रूप च बनाया है, वो माया का ही है। उहदे विच शरीर है, उहदे विच ये पसारा रिश्तेदारियां, ये मोह है, ये प्यार है, ये नेह है, ये संबंध है, ये लेवा देवी है। मनमुखा केरी दोस्ती माया का संबंध, संबंध भी माया है। देखदियां ही भज जान कदे ना पायन बंद, जिचर पहनन खावणे तिचर रखन गंढ, ये भी माया है। जित दिन कछू ना होवनी तित दिन बोलन गंध, ये भी माया है। कलेश भी माया है ते प्यार झूठा मोह भी माया है। माया का पसारा बड़ा असीम है, बहुत असीम है। ये मोहनी है। इनू मोहनी तो बाद इस तरह की सपनी क्या जिहड़ी बिना दंदां तो ही निकल जाती है, सानू सारा सबूते का सबूता। माया ममता मोहनी जिन विण दंता जग खाया, ते हुंदा की है मनमुख खादे। मन के पिछे तुरन वाले असी सब खादे गए, सब ठगे गए, कोई नहीं बचिया। पर गुरु के सन्मुख बैठण वाले जिन्हां कोल यह चाल निराली गुरमुखी गुर दीखिया सुन मन भिन्ना, जिन्हां कोल गुरु की चाल है ना, गुरसिख मीत चलो गुर चाली, जिहदे कोल यह है जो दिसै गुरसिखड़ा तिस निव निव लागो पाए जियो। एक उत्तम पंथ सुनियो गुर संगत तेह मिलंत जम त्रास मिटाई। उन्होंने ये नहीं ठग सकती, नहीं ठग सकती। साडे वर्गियां नूं ठगी ये माया ठगौरी लाई प्रभु ने ठगण लई है, पर उन्होंने नहीं ठग सकती। मनमुख खादे गुरमुख उभरे, गुरमुख उभर जाते हैं किवें, जैसे जल में कमल निरालम मुरगाई न साणे। कमल का फुल चिक्कड़ दे विच भी निरालम है। गुरमुख गुरु की मत लैण वाला सारा कुछ करता है, परिवार है, संबंध है, बिल्कुल ओहो जा सुभाव, ओहो जा सारा पसारा लगेगा जिस तरह एक मायाधारी मनुख दा है। पर सतगुरु जी की ऐसी कृपा होएगी, अंदरों वो निर्लेप होएगा। वो उस माया उस गृहस्थ दे विच रह के भी निर्लेप होएगा। इनू क्या जैसे जल में कमल निरालम मुरगाई। पर यह है तो मोहनी, ये है तो ठग बूटी, इन्हें ठग लिया सारियां नू। ये तो बचिया किवें जाए? गल तो यह है ना, प्रश्न तो एक समझ आ गई सानू कि ये तन भी माया, ये पसारा भी माया, ये संसार भी माया, ये जर्रा जर्रा साडे ते तुहाडे विच दिसदा जिन्ना क पसारा है, जो सारा कुछ है, भोजन तो लैके खाण तो लैके, जे प्रभु विसर जाए तो फिर सब कुछ कूड़ है। कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसणहार, कूड़ मियाँ, कूड़ बीबी, खप होवै खार। ये है, पर कूड़ किदे लई नहीं है? कूड़ किदे लई नहीं ते कूड़ किस लई है? प्रश्न ये खड़ा होंदा है। ये माया कूड़ क्यों है ते ये माया कूड़ क्यों नहीं है? इसी पदे दी आखिरी तुक सतगुरु जी गुरु नानक साहब महाराज कहते, ये कूड़ तां है, ये पसारा क्योंकि प्रभु नहीं है। तुदबाज कूड़ो कूड़, जे विसर जाए प्रभु, जे विसर जाए फिर माया चिंबड़ गई। इनू क्या मनमुख खादे गुरमुख उभरे, जिनी सच नाम चित लाया ते अगे सरवण करो, बिन नावै जग कमला फिरै। जपो जी, बिन नावै जग कमला फिरै। ते कौन बचेगा? गुरमुख नदरी आया। गुरमुख का अर्थ प्रोफेसर साहिब सिंह ने, भाई वीर सिंह ने यही किया है, गुरु के सन्मुख बैठण वाला। कला शरीर करके नहीं, जिदे चिंतन दे विच भी गुरु का शब्द होए, गुरु की हाजर नाजरता होए, गुरु का निर्मल भो होए, वो है गुरमुख बच जाएगा। यह है कि बिन नावै सब जग कमला फिरै, गुरमुख नदरी आया, धंधा करतियां निहफल जन्म गवाया। इस धंधे दे विच दुनिया की सारी कारगुजारी आ गई।
लफ्ज इको ही वरतिया पातशाह जी ने धंधा, पर दुनिया की ऐसी कोई चीज़ नहीं है जिहड़ी नाम तो बगैर है वो धंधे दे विच नहीं आएगी। सब कुछ धंधे च है जिहड़ी नाम तो छुड़क के है, नाम तो विसर के है। धंधा करतियां निहफल जन्म गवाया, सुखदाता मन न वसाया। ये प्रभु नहीं वसाया। हुण माया दा पक्ष देखो, हुण अगे होर पौड़ी चढ़दी है। जद असी ए दर बाय दर, परत बाय परत, स्टैप बाय स्टैप, इफ वी ट्राई टू अंडरस्टैंड द mysticism of this maya, this illusion, this delusion, then we got to understand कि हुण अगे की है, ये है की चीज़, ये कित्थे तक जाएगी, परत कित्थे तक खुलेगी। ये समझ आ गया कि ये माया है, सब कुछ माया है, ये प्रभु ने लाई है। ये तो शुरुआत ही माया तो है कि सारा कुछ ही पसारा, रंगी रंगी भांति कर कर जिनसी माया जिन उपाई। जपो जी, जिनसी माया जिन उपाई। ये सारी भांति रंगी रंगी भांति, ये भी माया दा ही, ये भी माया दा पसारा है। रंगी रंगी भांति कर कर जिनसी माया जिन उपाई। हुण वो आप उहदे विच बैठ के वेख रहा माया दे चोज, पर ये बनाई रब दी है ते सारी दुनिया नूं चिंबड़दी है, ते रब नूं, वाहिगुरू जी नूं, सतगुरु जी नूं क्यों नहीं चिंबड़दी? कल्ली ये मनुखां नूं क्यों चिंबड़दी है? प्रश्न ते ये है। कहते सतगुर नूं इसलिए नहीं चिंबड़दी क्योंकि सतगुर दी ये दासी है। जिन्ना चिर तक ये दासी है, ये सिख नूं, ये मनुख नूं भी नहीं चिंबड़ेगी। जिन्ना चिर तक ये दासी नहीं रही, ये मालकन बन गई, फिर हर मनुख ਇਹਦਾ गुलाम हो जाएगा। नारद सारद करे खुआसी, पास बैठी बीबी कमला दासी। कमला क्या? माया नूं। सतगुर जी ने इस दासी नूं, कमला नूं, अपनी चरणा दी भौरी बनाया होया है। जिथे हुक्म करते हैं उथे तोड़ देंदे है, पर अज माया जिथे साडे मन नूं हुक्म करदी है, असी उस पासे तुर पैंदे हां। फर्क ये है। फिर साडे मन च ये प्रश्न खड़ा होया, गुरु साहब माया वास्ते इन्ना सुचेत करते हैं, जे ये ना होए, जे ये ना होए, जे लक्ष्मी का रूप, ये मोह का रूप, ये परिवार का रूप, फिर तो जिंदगी का कोई स्वाद ही नहीं रह गया। जिंदगी जीउण का फिर फायदा की है जिंदगी की जुगत? पर सतगुरु जी की, गुरु ग्रंथ साहब जी की बाणी विचों भगत कबीर साहब कहते, आओ मेरे कोल बैठो, मैं तुहानूं इस माया की बिरती नूं खोल के समझाउंदा। ये है कि एक ही चीज़ है मोहनी, जिन्हें सब कुछ मोया होया। इनू क्या? मोहनी मोहत रह ना होरी, कोई नहीं बचिया। कौन क्यों नहीं बचिया? कहते जुगत नहीं सीखी, जतन नहीं किया इस माया नूं समझण दा। जिन्ना चिर तक किसी चीज़ उत्ते फतेयाबी पाण दी कोशिश करिए, ओदा भेत, ओदी कमजोरी ना पता लगे, उन्ना चिर तक ओदे ते जित नहीं पाई जा सकती। कबीर साहब कहते, सुनो मैं तुहानूं दसदा लोको, तुसी कहंदे हो कि इस तो बिना जिंदगी सरनी नहीं है, इस तो बिना कुछ भी नहीं सरदा, इस तो बिना कुछ नहीं होना, खाना पीना, हसना बहना उठना, रिश्तेदारियां साख संबंधी, देखा जाए सच्ची मुच्ची ये माया ते ही टिकी हुई है। जिन्ना चिर तक ये माया का संबंध है ना, सच्चाई ये है, साडी रिश्तेदारियां, साडे संबंध इहदे उत्ते ही है। भाई गुरदास जी ने तो इत्थों तक कह दिता, कहंदे कल युग दे विच पति पत्नी का रिश्ता भी इस लेवा देवी ते ही टिकिया होएगा। इस गल नूं समझ लियो। आ जिक्र बड़ा कीमती है। स्त्री पुरख है दाम हित, कमाल का बचन है भाई गुरदास जी, कमाल। इस तो उत्ते शिखर नहीं है जी। आ माया का शिखर है, जिथे बिल्कुल स्पष्ट कर दिता, अज का सब तो नेड़ला रिश्ता पति पत्नी का, सब तो कीमती ते सब तो पवित्र रिश्ता, जिहड़ा आनंद लैके, जिहड़ा सतगुरु जी दे सन्मुख बैठ के लावां लैके। पर भाई गुरदास जी कहते ये भी चेते रखियो, स्त्री पुरख है दाम हित, भावें आए किथां जाई, खाए खसमां नूं, भावें जिथों मर्जी लैके आ, मैनूं चाहिए पैसे। भाई गुरदास जी, स्त्री पुरख है दा, इन्ना ज्यादा रब तो मुनकर अकिरत कण हो जाएंगे असी। भाई गुरदास जी कहते ये सच वापरेगा और वापर रहा कि इस तरह की यह मौनी है। स्त्री पुरख है दाम हित, भावें आए किथां जाई, जिधरों मर्जी आए तू लैके आ मेरे लिए। आ रिश्ता है, ये रिश्ता रह जाना है।
पर सतगुरु जी गुरु नानक साहब ने पहले ही कहता, फिर जे इवें है ना, फिर कूड़ मियाँ कूड़ बीबी खप होए खार। फिर उस घर दे विच खप है, उस घर च कलेश है, उस घर दे विच खार है, खारापुणा है, रिश्तियां च मिठास नहीं है। फिर कबीर साहब दसो, गुरु अर्जन साहब जी दसो किवें समझिए की चीज़ है, किवें बचीए, इस तो बिना साडी गत नहीं है। कबीर साहब कहते मैं तुहानूं समझाउंदा, बिल्कुल सच्चाई है, इस तो बिना गत नहीं किसी दी। जे असी कहिए कि असी माया तो निर्लेप होइए, सारा कुछ छड्ड के बह जाइए, सब कुछ त्याग दईए, कल नूं जे साडे घर कोई राहगीर कोई प्राहुणा आउंदा है, जे वो साडे घर माया नहीं वेखेगा ना, बैठेगा कित्थे? जे साडे घर पैसे नहीं होणगे, ये माया का पसारा नहीं होएगा, खाएगा की? बिना खादे जाएगा, कुबोल बोल के जाएगा, वो भी दुखी होएगा, ते उस बंदे दे मन च भी संतोख नहीं आएगा। भाई कल्ले ये ना समझ लियो सारा कुछ त्याग ही माया तो छुट जाना है, नहीं। कबीर साहब कहते मैं इनू सुहागण कहना, इस माया दे अगे सिर झुकाउंदा। क्यों? जिदे कोल ओ ये नहीं है वो भी दुखी है, जिदे कोल ये चिंबड़ी हुई है वो भी दुखी है। दोनों पक्षां, जिदे कोल नहीं है वो भी दुखी है, जिदे कोल है वो भी दुखी है। किवें? हुण ये शब्द पढ़ो, कबीर साहब गौंड, गौंड है सिरलेख राग, कहते कि ये माया की है, इहदा पसारा की है। कहते मैं इनू सुहागण क्यों कहना, कि इस पति की सुहागण वाहिगुरू जी की दासी, ते ये मनुखा की सुहागण क्यों कहना? कहते ये सुहागण इसलिए है, कहते जे ग्रह शोभा लफ्ज पढ़ो कि ये माया की शुरुआत ही कबीर साहब ग्रह शोभा तो करते हैं। घर की खूबसूरती है ये गृह शोभा, जाकै रे नाही, जिदे कोल है वो सुखी है, पर एक बिरती तक वो आत्मक सुख की लोड़ इस माया तो नहीं प्राप्त कर सकता। पर जिदे कोल नहीं है वो तो संसारिक तौर पर भी दुखी है। सुनो जी, गृह शोभा जाकै रे नाही, गृह शोभा क्या इनू? आवत पहिया खुद है जाही। खुद है कहते जे घर च प्रोना आएगा, जे ये माया ना हुई ना, कहते वो कबोल बोल के जाएगा। क्यों? भुखा जाएगा। खुद है जाई तो भाव भुखा जाएगा, भुंजे बह के जाएगा। कमाल दी खेड है। गृह शोभा जाकै रे नाही, आवत पईया खुद है जाही, ते जिदे घर ये नहीं है वाकै अंतर नाही संतोख। कहते ओदे अंदर इत्थे संतोख का मतलब है तरवास, कि कोई घर आया भुखा जाए, कि किसी दी मैं मदद या भाव सेवा ही ना कर सका, जे ये ना होए फिर जीवन किवें है? गृह शोभा जाके रे नाही, आवत पईया खुद है जाही, वाके अंतर नहीं संतोख, बिन सुहागन लागै दुख। कहते ये सुहागन है, ये सुहागन है क्योंकि इस तो बिना दुख है। क्यों? कहते कबीर साहब सिर झुका के हाथ जोड़ के कहते माया धन सुहागन महापवीत, तू पवित्र तो पवित्र है। क्यों? कहते तू कुछ भी नहीं छड्या, कुछ भी नहीं छड्या। इथों तक ना जती छड्डे, ना तपी छड्डे, ना सती छड्डे, ना जोगी छड्डे, ना जंगम छड्डे, ना सन्यासी छड्डे, ना रब दा नाम जपण वाले छड्डे, कोई नहीं छड्डे। तू बचिया कौन है? कला ये नहीं कि जपण वाला बच जाएगा, जप के जुगत नूं पछाणन वाला बच जाएगा, जपण वाला भी ठगिया होया। अर्जन साहब गुरु पातशाह जी कहते हैं, साधक सिद्ध सगल की प्यारी, टुटै ना काहू तोरी। ये सारियां दी प्यारी है। साधक ओ जिहड़ा सिद्ध नूं कमाउण तुरिया है हजे, इस तो बाद सिद्ध ओ जिहड़ा सिद्ध सिद्धि दी प्राप्ति कर चुका है, रिद्धियां सिद्धियां प्राप्त कर लियां। ना साधक बचदा है ते ना सिद्ध बचदा है। साधक सिद्ध सगल की प्यारी, टुटै ना काहू तोरी, किसे दी तोड़ी ये टुटदी नहीं है। कबीर साहब गृह शोभा जाकै रे नाही, आवत पईया खुद है जाही, वाकै अंतर नहीं संतोख, बिन सुहागन लागै दोख। रहाओ दी तुकां धन सुहागन मां पवित। क्यों तू पवित्र है? तपी तपीसर डोलै चीत, सारियां दा गर्ग करता तू बेड़ा, कोई नहीं छड्डे। तपी तपीसर आम बंदियां दी ते गल ही नहीं, आम मनुखा की गल नहीं करते, इत्थे सीधी गल करते। तपी तपीसर डोलै चीत,
ਤਪੀਆਂ ਤਪੀਸਰਾਂ ਨੂੰ ਤੂੰ ਡੁਲਾ ਕੇ ਰੱਖਦਾ ਹੈ, ਉਹਨਾਂ ਦਾ ਅੰਦਰ ਹਿਲਾ ਕੇ ਰੱਖਦਾ ਹੈ। ਉਹਨਾਂ ਦੇ ਅੰਦਰ ਜੇ ਮਾੜੀ ਜੀ ਸੂਖਸ਼ਮ ਹਉਮੈ ਵੀ ਪੈਦਾ ਹੁੰਦੀ ਹੈ ਨਾ, ਅਸੀਂ ਤਪੀ ਤੇ ਤਪੀਸਰ ਬਣ ਗਏ, ਉਸ ਵੇਲੇ ਤੂੰ ਆ ਕੇ ਚਿੰਬੜ ਕੇ ਉਹਨਾਂ ਦਾ ਜਪ ਤਪ ਖੋ ਕੇ ਲੈ ਜਾਂਦੀ ਹੈ। ਇਹ ਵੀ ਹੈ। ਇਸ ਮਾਰਗ ਤੇ ਚੱਲਣਾ ਇਉਂ ਸਮਝੋ ਕਿ ਇਹ ਖੰਡੇ ਤਾਰ ਹੈ। ਤਾਈਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬਣਾਇਆ ਪਿਛਲੇ ਦਿਨਾਂ 'ਚ, ਉਹਨਾਂ ਨੇ ਪੀਰੀ ਦੀ ਤਲਵਾਰ ਕਿਉਂ ਪਾਈ? ਪੀਰੀ ਦੀ ਤਲਵਾਰ ਪਾਉਣ ਦਾ ਇਹੀ ਮਤਲਬ ਹੈ, ਇਸ ਧਰਤੀ ਤੇ ਤਪੀ ਤਪੀਸਰ ਜੋਗੀ ਸੰਨਿਆਸੀ ਸਿੱਧ ਜੰਗਮ ਬਹੁਤ ਨੇ, ਬਹੁਤ ਗਏ ਨੇ, ਬਹੁਤ ਆ ਕੇ ਜਾ ਰਹੇ ਨੇ, ਪਰ ਕੋਈ ਵੀ ਉਸ ਪਰਮ ਅਵਸਥਾ ਤੇ ਕਿਉਂ ਨਹੀਂ ਪਹੁੰਚਿਆ? ਕਿਉਂਕਿ ਇਹ ਖੰਡੇ ਧਾਰ ਹੈ ਮਾਰਗ। ਤੇ ਅਸੀਂ ਇਹਦੀ ਆਰੰਭਤਾ ਹੀ ਖੰਡੇ ਧਾਰ ਤੋਂ ਕਰਾਂਗੇ, ਇਹਦੀ ਆਰੰਭਤਾ ਹੀ ਪੀਰੀ ਦੀ ਧਾਰ ਤੋਂ ਕਰਾਂਗੇ। ਭਗਤਾਂ ਕੀ ਚਾਲ ਨਿਰਾਲੀ, ਮਹੱਲਾ ਤੀਜਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਪੀਰੀ ਦੀ ਤਲਵਾਰ ਪਹਿਨਾਈ ਜਾਏ। ਮੇਰੀ ਦੀ ਤਲਵਾਰ ਤੇ ਸੁਣਿਆ ਅੱਜ ਤੋਂ ਪਹਿਲਾਂ ਜ਼ਰ ਜ਼ੋਰੂ ਜ਼ਮੀਨ ਵਸਤੇ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਮਾਇਆ ਦਾ ਐਸਾ ਡਾਢਾ ਖੇਡ ਹੈ, ਐਸਾ ਹਨੇਰਾ ਹੈ, ਜੇ ਇਹਦੇ ਉੱਤੋਂ ਕੋਈ ਤੁਰ ਸਕਦਾ ਹੈ ਤੇ ਇਉਂ ਸਮਝੋ ਕਿ ਇਹ ਖੰਡੇ ਦੀ ਧਾਰ ਤੇ ਤੇਗ ਦੀ ਧਾਰ ਦੇ ਉੱਤੇ ਤੁਰਨ ਦੇ ਬਰਾਬਰ ਹੈ। ਇਹ ਬੰਦਗੀ ਵੀ ਕੋਈ ਨਹੀਂ ਬਚਿਆ। ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ, ਇਹ ਛੁੱਟਦੀ ਨਹੀਂ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਪੀਰੀ ਦੀ ਧਾਰ ਹੈ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਸਭ ਕੁਝ ਤਿਆਗ ਦਿੱਤਾ। ਬਹੁਤ ਨਾ ਹੀ ਬੋਲਣਾ ਤੇ ਤੁਰਨਾ ਕਿੱਥੇ ਹੈ? ਪੀਰੀ ਦੀ ਧਾਰ ਕੀ ਹੈ? ਖਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਹੈ, ਇੰਨਾ ਸੂਖਸ਼ਮ ਮਾਰਗ ਹੈ। ਜੇ ਕੋਈ ਬਚ ਸਕਦਾ ਹੈ ਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਉਹੀ ਬਚ ਸਕਦਾ ਹੈ। ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ। ਇਹ ਮਾਰਗ ਬੜਾ ਖਨਿਓ ਤਿੱਖਾ ਹੈ। ਨਹੀਂ ਤੇ ਆਪਣੇ ਆਪ ਨੂੰ ਸਾਧਕ ਸਿੱਧ ਕਹਾਉਣ ਵਾਲੇ ਵੀ, ਉਹ ਵੀ ਨਹੀਂ ਬਚੇ ਇਸ ਮਾਇਆ ਤੋਂ। ਤਾਈਓ ਕਬੀਰ ਸਾਹਿਬ ਨੇ ਕਿਹਾ ਨਾ, ਧਨ ਸੁਹਾਗਣ ਮਾਇਆ ਤੂੰ ਸੁਹਾਗਣ ਹੈ। ਮਹਾਪਵੀਤ, ਤੈਨੂੰ ਜੇ ਮੈਂ ਕਹਾਂ ਨਾ ਮਹਾਪਵੀਤ, ਕਿਉਂ? ਜਿਹਦੇ ਕੋਲ ਹੈ ਉਹਨੂੰ ਵੀ ਚਿੰਬੜਾਈ ਫਿਰਦੀਆਂ, ਜਿਹਦੇ ਕੋਲ ਨਹੀਂ ਹੈ ਉਹਨੂੰ ਵੀ ਦੁਖੀ ਕਰੀ ਫਿਰਦੀਆਂ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੋਨਾਂ ਦੀ ਵਿੱਚ ਦੀ ਬਿਰਤੀ, ਉਹਦੇ ਤੇ ਕਿਵੇਂ ਤੁਰਿਆ ਜਾਏ? ਪਰਦਾਸ ਨੇ ਜ਼ਿਕਰ ਕਰਤਾ ਹੈ, ਇੱਕ ਜਿਹਦੇ ਕੋਲ ਨਹੀਂ ਹੈ ਤੇ ਇੱਕ ਜਿਹਦੇ ਕੋਲ ਬਹੁਤੀ ਹੈ, ਦੋਨੋਂ ਪਰੇਸ਼ਾਨ ਨੇ। ਪਰ ਵਿੱਚ ਦਾ ਮਾਰਗ ਕੀ ਹੈ ਭਾਈ? ਵਿੱਚ ਦਾ ਮਾਰਗ ਤੇ ਖਨਿਓ ਤਿੱਖੀ ਹੈ। ਵਿੱਚ ਦਾ ਮਾਰਗ ਇਹ ਚਾਲ ਨਿਰਾਲੀ ਗੁਰਮੁਖੀ ਹੈ। ਵਿੱਚ ਦਾ ਮਾਰਗ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ, ਮੇਰੀ ਆਓ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਬੀਰ ਸਾਹਿਬ ਦਾ ਇੱਕ ਹੋਰ ਸ਼ਬਦ ਲਈਏ, ਇੱਕ ਹੋਰ ਸ਼ਬਦ ਲਈਏ ਇਸ ਮਾਇਆ ਬਾਰੇ, ਕਿਉਂਕਿ ਇਹ ਖੇਡ ਹਜੇ ਮੁਕੜੀ ਨਹੀਂ ਹੈ। ਹਜੇ ਇਹ ਸਮਝੋ ਕਿ ਇਹ ਆਰੰਭਤਾ, ਇਹ ਆਗਾਜ਼ ਹੈ। ਮਾਇਆ ਬਾਰੇ ਸਮਝਣ ਦਾ ਆਗਾਜ਼ ਹੈ। ਇੰਨਾ ਵੱਡਾ ਪਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹਦਾ ਪਿਆ ਹੋਇਆ ਹੈ। ਸੱਚੀ ਗੱਲ ਹੈ, ਹਜੇ ਤੱਕ ਅਸੀਂ ਪੁਆਇੰਟ ਸਮਥਿੰਗ % ਵੀ ਦਰਸ਼ਨ ਨਹੀਂ ਕੀਤਾ ਇਸ ਪਸਾਰੇ ਦਾ, ਸਮਝਿਆ ਨਹੀਂ, ਖੋਲਿਆ ਨਹੀਂ, ਹਜੇ ਬਹੁਤ ਪਿਆ ਹੋਇਆ। ਇਕਤ ਪੱਤਰ ਪਰ ਉਰਕਟ ਕੁਰਕਟ। ਆਹ ਦੇਖੋ ਜੀ, ਹੁਣ ਮਾਇਆ ਦਾ ਪਸਾਰਾ ਕੀ ਹੈ। ਆਹ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨੂੰ ਹੋਰ ਖੋਲਦੀ ਹੈ। इकत पत्थर पर उरकट कुरकट, इकत पत्थर पर पानी, आस पास पंच जोगिया बैठे, बीच नकट दे रानी, नकटी को ठनगन बाडा डू, किन्ह विवेकी काटी तू। हुण की है? सगल में नकटी का वासा। हुण देखो आ दोनों शब्द लो, एक पासे धन सुहागन महापवीत। सुहागन का मतलब गृह शोभा, सारा कुछ, सारी बख्शिश, कि दुनिया के लोग तेरे पिछे भजी फिरदे आ, तेनू पूजदे फिरदे आ, तेरे पिछे अड्डियां घसाई फिरदे आ। इत्थे आके रब नू, वाहिगुरू नू, सतगुरु नू मुनकर हो जांदे, भुल जांदे आ ते तैनू ही चेते करन लग जांदे, तैनू ही मंगण लग जांदे आ। एक पासे सुहागन क्या, हुण दूसरी बिरती देखो, इनू क्या नकटी। नकटी दा मतलब नक तो कटी, जिहदी कोई इज्जत नहीं, जिहदा कोई सत्कार। कितना कंट्रोवर्शियल मैटर है, सच अ पैराडॉक्सिकल सब्जेक्ट टू डिफाइन, टू अंडरस्टैंड दैट। अगर इन्हां दोनों शब्दां नूं इकट्ठा रखिए, एक पासे सुहागन महापवीत ते एक पासे नकटी। सुहागन ते नकटी दा की जोड़ है?
ਨਕਟੀ ਦਾ ਮਤਲਬ ਨੱਕ ਤੋਂ ਕੱਟੀ ਹੋਈ, ਤੇ ਤੁਹਾਨੂੰ ਪਤਾ ਹੀ ਹੈ ਨੱਕ ਵੱਡੇ ਦਾ ਭਾਵ ਜਿਹਦਾ ਕੋਈ ਸਤਿਕਾਰ ਨਹੀਂ, ਜਿਹਦੀ ਕੋਈ ਇੱਜ਼ਤ ਨਹੀਂ, ਜਿਹਦਾ ਕੋਈ ਮਾਣ ਅਪਦਾ, ਜਿਹਦਾ ਕੋਈ ਵੀ ਭਰੋਸਾ ਨਹੀਂ ਕਰਦਾ। ਨੱਕ ਕਟਾ ਜਿਹਨੂੰ ਕਿਹਾ ਅਸੀਂ। ਕਰਦੇ ਕੀ ਨੇ ਹੁਣ? ਆ ਸਾਧਕ ਸਿੱਧ ਦਾ ਜ਼ਿਕਰ ਆਇਆ, ਸਾਧਕਾਂ ਦੀ ਇੱਕ ਸ਼੍ਰੇਣੀ ਹੈ, ਉਹਦਾ ਜ਼ਿਕਰ ਕਰ ਰਹੇ ਨੇ। ਮਣੀਆਂ ਮਸਾਣੀਆਂ 'ਚ ਬੈਠ ਜਾਂਦੇ ਨੇ, ਵਿੱਚੇ ਅੱਗ ਬਾਲਦੇ ਨੇ, ਭਾਂਡੇ ਧਰਦੇ ਨੇ, ਰਿੰਨਿਆ ਮਾਸ ਇੱਕ ਦੇ ਵਿੱਚ ਰੱਖ ਲੈਂਦੇ ਨੇ, ਤੇ ਇੱਕ ਭਾਂਡੇ ਦੇ ਵਿੱਚ ਉਹ ਮਦਰਾ ਭਰ ਲੈਂਦੇ ਆ। ਹੁਣ ਹੈ ਤੇ ਇਹ ਬਾਹਰ ਦਾ ਪਸਾਰਾ, ਸਿਰਫ ਜਸਟ ਐਨ ਐਗਜ਼ਾਮਪਲ, ਪਰ ਅਸਲ ਦੇ ਵਿੱਚ ਇਹ ਅੰਦਰ ਦੀ ਬਿਰਤੀ ਹੈ ਜੀ। ਦੇਖਿਓ, ਮੈਟਾਫਰ ਤੇ ਐਗਜ਼ਾਮਪਲ ਬਾਹਰ ਦਾ ਹੈ, ਪਰ ਬਿਰਤੀ ਅੰਦਰ ਦੀ ਹੈ। ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਇੱਕ ਭਾਂਡੇ ਦੇ ਵਿੱਚ ਅਸੀਂ ਮੁਰਦਾ ਖਿਆਲ, ਰਿੰਨੇ ਹੋਏ ਵਿਚਾਰ, ਜਿਹਦਾ ਕੋਈ ਭਾਵ ਸਾਡੇ ਮਨ ਨੂੰ, ਹਿਰਦੇ ਨੂੰ ਪਵਿੱਤਰ ਕਰਨ ਵਾਲਾ ਜਾਂ ਸੁੱਖ ਦੇਣ ਵਾਲਾ ਨਹੀਂ ਹੈ। ਸਮਝੋ, ਅਸੀਂ ਦੁਨੀਆ ਦੇ ਉਹ ਖਿਆਲ, ਉਹ ਵਿਚਾਰ ਇਕੱਠੇ ਕਰੀ ਬੈਠੇ ਹਾਂ ਆਪਣੇ ਮਨ ਦੇ ਅੰਦਰ, ਜਿਨ੍ਹਾਂ ਦਾ ਕੋਈ ਸਾਨੂੰ ਧਰਮ ਦੇ ਮਾਰਗ 'ਚ ਸੁੱਖ ਨਹੀਂ ਦੇਗਾ, ਸਗੋਂ ਬੰਦਗੀ ਕਰਨ ਲੱਗਿਆਂ ਉਹ ਅੱਗੇ ਆਉਣਗੇ। ਛੋਟੀਆਂ ਛੋਟੀਆਂ ਚਿੰਤਾਵਾਂ ਦੇ ਫੁਰਨੇ, ਜੋ ਕੁਝ ਵਾਪਰ ਗਿਆ ਉਹਦੇ ਅੰਤਿਸ਼ਕਰਨ ਰੱਖੇ ਗਏ ਹੈ, ਉਹਦਾ ਭਾਉ ਰੱਖੀ ਬੈਠੇ ਹਾਂ ਆਪਣੇ ਅੰਦਰ, ਡਰ ਰੱਖੇ ਬੈਠੇ ਹਾਂ। ਤੇ ਦੂਸਰੇ ਦੇ ਵਿੱਚ ਇਕਤ ਪੱਤਰ ਪਰ ਪਾਣੀ, ਨਸ਼ੇ ਦੇ ਖਿਆਲ। ਉਹ ਕਿਹੜੇ ਨੇ? ਤ੍ਰਿਸ਼ਨਾ ਦੇ, ਵਿਕਾਰ ਦੇ, ਜਿਹੜੇ ਸਾਨੂੰ ਮੈਗਲ ਮਸਤ ਕਰ ਦਿੰਦੇ ਆ। ਜਿਹਨੂੰ ਕਿ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਬਾਂਦਰ ਫੜਿਆ ਜਾਂਦਾ ਲਾਲਚ ਕਰਕੇ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਹਾਥੀ ਫੜਿਆ ਜਾਂਦਾ ਕਾਮ ਕਰਕੇ, ਸੁਅਟਾ ਤੋਤਾ ਫੜਿਆ ਜਾਂਦਾ ਡਰ ਕਰਕੇ, ਹਿਰਨ ਫੜਿਆ ਜਾਂਦਾ ਇੱਕ ਖੰਡੇ ਹੇੜੇ ਦੀ ਧੁਨ ਕਰਕੇ। ਇਹ ਹੈ ਨਸ਼ਾ। ਅਸੀਂ ਵੀ ਕਾਬੂ ਹੋ ਜਾਂਦੇ ਹਾਂ, ਸਾਡੇ ਤੇ ਵੀ ਹਾਥੀ ਵਾਲੀ ਬਿਰਤੀ ਕਾਮ ਕਰਕੇ, ਬਾਂਦਰ ਵਾਲੀ ਬਿਰਤੀ ਲਾਲਚ ਕਰਕੇ। ਇਕਤ ਪੱਤਰ ਪਰ ਉਰਕਟ ਕੁਰਕਟ। ਸਮਾਂ ਲੱਗੇਗਾ ਇਹਨਾਂ ਸ਼ਬਦਾਂ ਨੂੰ ਖੋਲਣ ਵਾਸਤੇ, ਪਰ ਸਤਿਗੁਰ ਜੀ ਦੀ ਕਿਰਪਾ ਆਰੰਭ ਤੇ ਕਰੀਏ, ਇਹਨਾਂ ਸ਼ਬਦਾਂ ਦੀ ਵਿਚਾਰ ਨੂੰ ਦਰਸ਼ਨ ਕਰੀਏ, ਇਹਨਾਂ ਸ਼ਬਦਾਂ ਦੀ ਵਿਚਾਰ ਨੂੰ ਸੁਣੀਏ, ਇਹਨਾਂ ਸ਼ਬਦਾਂ ਨੂੰ ਪੜ੍ਹੀਏ, ਇਹਨਾਂ ਸ਼ਬਦਾਂ ਵੱਲ ਮਨ ਨੂੰ ਪ੍ਰੇਰੀਏ। ਇਹ ਨਹੀਂ ਕਿ ਵੇਖ ਕੇ ਪਿੱਛੇ ਹਟ ਜਾਈਏ, ਨਾ। ਇਹ ਨਹੀਂ ਕਿ ਇਹ ਕਿਹੜੀ ਗੱਲਾਂ ਕਰ ਰਹੇ ਆ ਭਾਈ। ਉਦਾਹਰਣ ਬਾਹਰ ਦੇ ਹੋ ਸਕਦੇ ਨੇ। ਇਸੀ ਪਾਵਨ ਪਵਿੱਤਰ ਥਾਂ ਤੋਂ ਮੈਂ ਪਿਛਲੇ ਸਮੇਂ 'ਚ ਬੇਨਤੀ ਕੀਤੀ ਸੀ ਕਿ ਇੱਕ ਸ਼ਬਦ ਉਹ ਆਪਾਂ ਪੜ੍ਹਦੇ ਹਾਂ, ਜਿਸ ਸ਼ਬਦ ਨੂੰ ਸੰਪਰਦਾਈ ਤੌਰ ਤੇ ਟੀਕਿਆਂ ਦੇ ਵਿੱਚ ਭਗਤ ਜਾਂ ਇਹ ਭਗਤ ਜੀ ਦਾ ਸ਼ਬਦ ਹੈ, ਸੰਪਰਦਾਇ ਟੀਕਿਆਂ ਦੇ ਵਿੱਚ ਦੇਵਤੇ ਦੇ ਨਾਲ ਜੋੜਿਆ ਜਾਂਦਾ, ਵਿਸ਼ਨੂੰ ਨਾਲ। ਪਰ ਅਸਲ ਦੇ ਵਿੱਚ ਉਹਨੂੰ ਜੇ ਸਮਝਾਂਗੇ ਤੇ ਅੰਦਰ ਦੇ ਲਈ ਬਿਰਤੀ ਹੈ। ਉਹ ਅੰਦਰ ਦੀ ਬਿਰਤੀ ਹੈ, ਉਹ ਅੰਦਰ ਦੀ ਮਾਇਆ ਹੈ, ਜਿਹਨੂੰ ਨਿਰਪ ਕੰਨਿਆ ਕਹਿ ਕਾਰਨ ਹੈ ਇੱਕ ਪਿਆ ਭੇਕ ਧਾਰੀ। ਕਿ ਕਿਸੇ ਰਾਜੇ ਦੀ ਧੀ ਦੇ ਪਿੱਛੇ ਇੱਕ ਬੰਦਾ ਪਾਗਲ ਹੋ ਗਿਆ, ਮਸਤ ਹੋ ਗਿਆ ਕਿ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ। ਤੇ ਉਹ ਕੀ ਕਹਿੰਦਾ ਕਿ ਰਾਜਾ ਤੇ ਰਾਜੇ ਦੀ ਧੀ ਵਿਸ਼ਨੂੰ ਦੀ ਪੁਜਾਰੀ ਸੀ, ਉਹ ਵਿਸ਼ਨੂੰ ਬਣ ਕੇ ਆ ਗਿਆ, ਕਹਿੰਦਾ ਮੇਰੇ ਨਾਲ ਵਿਆਹ ਕਰਾ ਲਓ। ਪਰ ਅਸਲ ਦੇ ਵਿੱਚ ਸਿਰਫ ਬਾਹਰ ਦੀ ਵਿਚਾਰ ਨਹੀਂ, ਨਿਰਪ ਕੰਨਿਆ ਹੈ ਮਾਇਆ। ਅਸੀਂ ਆ ਜਿਹੜੇ ਭੇਖਧਾਰੀ ਬਣੇ ਆ ਨਾ, ਭਾਵ ਸਤਿਗੁਰੂ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ 'ਚ, ਲੈਟ ਮੀ ਸੇ ਦੈਟ ਦਿਸ ਇਜ਼ ਦ ਰਿਐਲਿਟੀ। ਅੱਜ ਸਾਡੇ ਵਿੱਚੋਂ ਕੁਝ ਕੁ ਪਰਸੈਂਟ ਕੋਈ ਬਖਸ਼ੇ ਹੋਏ ਗੁਰਮੁਖ ਨੇ ਜਿਹੜੇ ਇੱਥੇ ਆ ਕੇ ਸਤਿਗੁਰੂ ਜੀ ਦੀ ਸ਼ਰਨ ਮੰਗਣਗੇ, ਨਾਮ ਮੰਗਾਂਗੇ। ਨਹੀਂ ਤੇ ਸੱਚਾਈ ਇਹ ਹੈ ਕਿ ਅਸੀਂ ਸਾਰੇ ਨਿਰਪ ਕੰਨਿਆ ਹੀ ਮੰਗਣ ਆਏ ਹਾਂ, ਮਾਇਆ ਹੀ ਮੰਗਣ ਆਏ ਹਾਂ। ਇਸੀ ਕਰਕੇ ਅਸੀਂ ਚਾਉ ਬਣਿਆ ਕਿ ਗੁਰੂ ਦਰਬਾਰ 'ਚ ਜਾਈਏ। ਲੈਟ ਮੀ ਸੇ ਦਿਸ ਇਜ਼ ਦ ਰਿਐਲਿਟੀ। ਨਿਰਪ ਕੰਨਿਆ ਕੇ ਕਾਰਨ ਹੈ ਇੱਕ ਭਇਆ ਭੇਕਤਾਰੀ। ਪਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਐਸਾ ਬਿਰਧ ਸਮਾਰਿਆ, ਐਸਾ ਤਰਸ ਕੀਤਾ। ਮਾਇਆ ਮੰਗਣ ਵਾਸਤੇ ਆਏ, ਪਰ ਸਤਿਗੁਰੂ ਜੀ ਨੇ ਆਪਣੀ ਝੋਲੀ 'ਚ ਬਿਠਾ ਲਿਆ। ਸਤਿਗੁਰੂ ਜੀ ਨੇ ਕਿਹਾ ਚੱਲ ਕੋਈ ਨਹੀਂ, ਤੂੰ ਆਇਆ ਤੇ ਆ, ਜੋ ਮਰਜ਼ੀ ਮੰਗਣ ਆਇਆ ਤੂੰ ਆਇਆ। ਬਾਹੇ ਗਹੇ ਕੀ ਲਾਜ ਅਸ, ਤੁਸੀਂ ਸਾਡੀ ਵੀ ਲਾਜ ਰੱਖ ਲਈ, ਤੁਸੀਂ ਕਿਰਪਾ ਕਰ ਲਈ। ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਕਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਕਾਮਨਾ ਦੇ ਵਿੱਚ ਫਸੇ ਹੋਏ ਸੀ, ਸਵਾਰਥ ਕਰਕੇ ਆਏ ਸੀ ਇੱਥੇ, ਪਰ ਸਤਿਗੁਰੂ ਜੀ ਤੁਸੀਂ ਸਾਡੀ ਵੀ ਪੈਜ ਰੱਖ ਲਈ। ਹੁਣ ਇਹ ਹੈ ਇਹ ਅੰਦਰ ਦੇ ਇਵੇਂ ਹੀ। ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਆਸ ਪਾਸ ਪੰਚ ਜੋਗੀਆ ਬੈਠੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੰਦਰ ਪੰਚ ਜੋਗੀ,
आस पास पंच जोगिया बैठे, बीच नकट दे रानी, विचकार माया बैठी हुई है, जिहड़ी काम क्रोध लोभ मोह अहंकार नूं अपने हुक्म च काम करा रही है। तू भाई यही कर ले, तू ये कर ले, तू एवें गलतिया रहे, मन नूं टिकण ना दे। भाव माया ये काम करा रही है। जे असी बंदगी च भी बैठीए, ऐसा जंजाल ऐसा मीह वरसा दिए फुरनिया दा कि बंदगी तो उठ के असी खड़े हो जाइए, साडे तो नहीं होंदी। बंदा ऐ कपड़े खिलार के आ साडे वसदा नहीं है। यह है आस पास पंच जोगिया बैठे, बीच नकट दे रानी। करदी की है? जिस वेले अखां बंद करके सतगुरु जी नूं चेता करिए, नकटी को ठनगन बाडा डू, कहंदे अपना घंटा वजाउण लग जांदी है, टन 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 टन। फुरनिया दा नकटी को, नक कटी को ठनगन बाडा डू 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 करन लग जांदी है। अंदर अंदर इहो जिहा हाड़ आ जांदा फुरनिया दा। ऐसे ऐसे फुरने चेते हो जाते जेड़े कदी चित चेते च नहीं होए, ते पाठ गुटका साहब फड़िया ते ठनगन बाडा डू वो फुरने अगे आ जाते। कहते ये हाल है। एक पासे सुहागन क्या, एक पासे नक कट्टी। ऐसी नक कट्टी है जिहड़ी बंदगी नहीं करन देंदी, जिहड़ी अपना खैणा ही नहीं छुड़ाण देंदी। क्योंकि इनू पता है जे ये बाणी पढ़ ली गई, जे ये शब्द चेते करके हिरदे च वसा लिया गया, फिर मेरा की बनेगा? फिर मैं भी कमला दासी हो जाऊंगी। वो अपनी अपनी ड्यूटी पुगाई जा रही है, वो अपना हुक्म कमा रही है, पर सिख अपना गुरु का हुक्म नहीं कमा रहा। नकटी को ठनगन बाडा डू, पर किन्ही विवेकी काटी तू। कोई विवेकी, कोई सिरमौर सिर कड सूरमे गुरमुख गुरु के सिख भगत जन इनू कट छड्डदे ने, इनू वड़ छड्डदे ने। आ तुहानू दसीए, आ तेनू दसी माया, आ कित्थों आएगा? जिथे माया दा फुरना आया उथे गुर का शब्द रखवारे। चौकी चौगिर्द हमारे, ताती वाव न लगी पार ब्रह्म शरनाई। चौगिर्द हमारे राम, सिर मस्तक रखिया पार ब्रह्म, हस्त काया रखिया परमेश्वर है, आत्म रखिया गोपाल स्वामी धन च। यह है किन्नी विवेकी काटी तू, किसी विवेकी ने काटी। बुद्ध विवेक बुद्ध लैके शब्द विचों ते केड़ा बचिया इस तो, केड़ा बचिया? कौन विरला है, कौन इस धरती ते विवेकी है? प्रश्न ते यह खड़ा होंदा है ना कि गुरु साहब, गुरु पातशाह गुरु ग्रंथ साहब जी की बाणी कहती है किन्हीं विवेकी काटी नूं। और अगे भी जिक्र किया कि सगली मह नकटी का वासा, कहते कोई नहीं बचिया होया, सगलियां च है। पर यह वाली अवस्था आएगी किथों? नाको काटी कानो काटी, काट कूट के डारी कहो कबीर, संतन की बैरन तीन लोक की प्यारी। इनू क्या, इनू क्या? गुरु अर्जन साहब जी कहते साधक सिद्ध सारियां दी, साधक सिद्ध सगल की प्यारी, तीन लोक की प्यारी, सारे प्यार करते हैं। अगे क्या? टुटे ना काहू तोरी, ये टुटदी नहीं है, रहाव दी तुक है। एक शब्द दी होर विचार, फिर शायद थोड़ी पकड़ दे विच आए कि इस माया दी चिकनाहट तो किवें बचिया जाए। ये भी समझ आ गया कि ये सुहागण दी बिरती है। हजे सिर्फ एक खरड़ा ही तैयार हो रहा है, हजे सिर्फ असी माया की अवस्था नूं समझ रहे हैं कि है। सतगुरु जी कृपा करे, कल का जिहड़ा शब्द है ना, कल ये स्पष्ट हो जाएगा कि ये उत्ते फतेह आबी किवें पाउणी है। अजे तो सिर्फ सानू ये पता लगेगा कि ये भी माया, ये भी माया, ये भी इहदा रूप ये। पर सच्चाई ये है, ये इन्नी सूक्ष्म तो सूक्ष्म है, सानू ये भी नहीं पता लगता कि शायद ये भी माया है। असी भुलेखे च तुरे फिरते हैं, भुलेखे च तुरे फिरते हैं। गुरु नानक साहब महाराज जी का श्री राग का चौपदियां का आखिरी शब्द रहाव की तुक दे विच जिहड़ा जिक्र किया है, उस तो पहला आ तुक पढ़िए, फिर शब्द स्पष्ट हो जाएगा। बाणी है जी, शब्द गुरु अर्जन साहब जी अगे कृपा कर दे। खट शास्त्र उचरत रसनागर, तीरथ गवन ना थोरी। मैं हुणे ही जिक्र किया कि माया का इन्ना सूक्ष्म रूप है कि सानू लगता है कि ये माया नहीं है, ये तो बंदगी, ये तो इबादत है, ये तो प्रभु की बंदगी, मन नूं काबू करन दी बिरती है। पर गुरु अर्जन साहब कहते भलियो ये भी माया। किस रूप च? खट शास्त्र, 6 शास्त्रां दी विद्या नूं पढ़ लेना,
ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ ਸੋਹਿਲਾ ਬਾਣੀ 'ਚ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। 6 ਖਟ ਸ਼ਾਸਤਰ ਕਿਹੜੇ ਨੇ? ਸ਼ਾਂਖ ਹੈ, ਮੀਮਾਂਸਾ ਹੈ, ਪਤੰਜਲ ਹੈ, ਯੋਗ ਹੈ, ਰਿਗਬੁਧ ਹੈ। ਇਹ ਇਸ ਤਰ੍ਹਾਂ ਦੇ ਆ 6 ਸ਼ਾਸਤਰ ਨੇ ਵੱਡੇ ਵੱਡੇ। ਸ਼ਾਂਖ ਨੂੰ ਪੜ੍ਹ ਲਿਆ, ਮੀਮਾਂਸਾ ਨੂੰ ਪੜ੍ਹ ਲਿਆ, ਯੋਗ ਦੀ, ਪਤੰਜਲ ਦੀ ਵਿਦਿਆ ਸਾਰੀ ਇਕੱਠੀਆਂ ਕਰ ਲਈਆਂ। ਮਨੁੱਖ ਨੂੰ ਲੱਗਦਾ ਮੈਂ ਬਹੁਤ ਸਿਆਣਾ ਤੇ ਗਿਆਨਵਾਨ ਹੋ ਗਿਆ। ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਮਾਇਆ ਹੈ। ਭੁਲੇਖਾ ਦੇਖੋ ਕਿੰਨਾ ਹੈ। ਸਾਨੂੰ ਲੱਗਦਾ ਕਿ ਅਸੀਂ ਇਹ ਪੜ੍ਹ ਕੇ ਪੜ ਗੱਡੀ ਲਦੀ ਹੈ, ਪੜ ਭਰੀਐ ਸਾਥ ਪੜ ਬੇੜੀ ਪਾਈਐ, ਪੜ ਗੱਡੀਆ ਹੈ ਖਾਤ ਪੜੀਐ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਸਾਨੂੰ ਲੱਗਦਾ ਬਹੁਤ ਪੜ ਲਿਆ, ਪਰ ਗੁਰੂ ਨਾਨਕ ਸਾਹਿਬ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਖ। ਲਿਖ ਲਿਖ ਪੜਿਆ ਤੇ ਤਾ ਕੜਿਆ। ਖਟ ਸ਼ਾਸਤਰ ਜਿੰਨਾ ਕੋਈ ਪੜਿਆ, ਗੁਰੂ ਨਾਨਕ ਸਾਹਿਬ ਕਹਿੰਦੇ, ਗੁਰੂ ਮਹਾਰਾਜ ਜੀ ਕਹਿੰਦੇ, ਉਨਾ ਹਉਮੈ ਦੇ ਵਿੱਚ ਸੜਦਾ ਪਿਆ। ਉਹਨੂੰ ਆਵਾਜ਼ ਮਾਰ ਕੇ ਦੇਖੋ, ਤਪਿਆ ਬਲਿਆ ਜਵਾਬ ਦੇਗਾ। ਲਿਖ ਲਿਖ ਪੜਿਆ ਤੇਤਾ ਕੜਿਆ, ਉਨਾ ਕੜਿਆ। ਤੇ ਅੱਗੇ ਕਹਿੰਦੇ ਤੀਰਥ ਦਾ ਰਟਨ ਕਰਦਾ, ਤੀਰਥ ਜਾਂਦਾ, ਤੀਰਥ ਗਵਿਆ ਤੇ ਤੋਂ ਲਵਿਆ। ਲਵਿਆ ਤੋਂ ਭਾਵ ਲਾਉ ਲਾਉ ਕਰਦਾ। ਉਹਦੇ ਅੰਦਰ ਇਹੋ ਜਿਹੀ ਬਿਰਤੀ ਜਿਹੜਾ ਜਿੰਨਾ ਤੀਰਥਾਂ ਤੇ ਜਾ ਰਿਹਾ। ਤੇ ਪਾਤਸ਼ਾਹ ਜੀ ਕਹਿੰਦੇ ਉਨਾ ਕਾਉ ਕਾਉ ਕਾਵਾਂ ਰੋਲੀ ਲਵਿਆ, ਲਾਉ ਲਾਉ ਕਰਦਾ ਫਿਰਦਾ। ਲੈ ਮੈਂ ਵੀ ਚਾਹੁੰਦਾ, ਮੈਂ ਵੀ ਕਰ ਰਿਹਾ, ਮੈਂ ਬਚਿਆ। ਸਾਨੂੰ ਲੱਗਦਾ ਕਿ ਅਸੀਂ ਠੀਕ ਮਾਰਗ ਦੇ ਹਾਂ। ਮਹਾਰਾਜ ਕਹਿੰਦੇ ਇਹ ਸੂਖਸ਼ਮ ਮਾਇਆ ਹੈ। the subtle dimension of maya, illusion, subtle to subtle, ਬਰੀਕ ਤੋਂ ਬਰੀਕ। ਖਟ ਸ਼ਾਸਤਰ ਉਚਰਤ ਰਸਨਾਗਰ, ਰਸਨਾ ਤੋਂ ਅਸੀਂ ਸਾਰੇ ਪਾਠ ਪੜ੍ਹ ਲਏ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਸਾਨੂੰ ਲੱਗਦਾ ਸਭ ਕੁਝ ਹੋ ਗਿਆ। ਪੰਜ ਜਨਾਸਿਓ ਪੰਜ ਸੰਗ ਨਾ ਛੁਟਕਿਓ। ਅੱਗੇ ਅਸੀਂ ਸੋਚਦੇ ਹਾਂ ਕਿ ਬਚ ਗਿਆ, ਪਰ ਸਤਿਗੁਰੂ ਜੀ ਕਹਿੰਦੇ ਅਦਕ, ਕਹਿੰਦੇ ਆਮ ਤੋਂ ਵੀ ਜ਼ਿਆਦਾ। ਅਦਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਆਹ ਜਿਹੜੇ ਕਰਮ ਨੇ ਇਹ ਖਟ ਸ਼ਾਸਤਰ ਦੇ, ਤੀਰਥ ਦੇ। ਮੈਂ ਕੀਏ ਕਰਮ ਅਨੇਕਾ, ਇਹ ਕਰਮ ਨਹੀਂ, ਇੱਕ ਕੰਮ ਕਰੋ। ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਿਨਹੀ ਵਿਵੇਕੀ ਕਾਟੀ ਤੂੰ। ਆਹ ਵਾਲੀ ਵਿਵੇਕ ਬੁੱਧ ਦਿਓ। ਆਹ ਸਾਡੇ ਵੱਸ ਦੇ ਨਹੀਂ ਹੈ। ਅਸੀਂ ਸੋਚਦੇ ਹਾਂ ਰਸਨਾਗਰ ਬਾਣੀ ਪੜ ਕੇ। ਲੈਟ ਮੀ ਸੇ ਦਿਟ, ਅੱਜ ਵੀ ਕੱਲੇ ਜ਼ੁਬਾਨ ਕਰਕੇ ਰਟਨ ਕਰ ਰਹੇ ਹਾਂ ਜਿਹੜੇ ਅਸੀਂ ਪਾਠ ਦੇ। ਸਤਿਗੁਰੂ ਜੀ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ। ਜੇ ਉਸ ਬਾਣੀ ਦਾ ਇੱਕ ਕਿਨਕਾ ਹਿਰਦੇ 'ਚ ਵਸ ਜਾਏ ਨਾ, ਜ਼ਿੰਦਗੀ ਤਬਦੀਲ ਹੋ ਜਾਏ, ਜ਼ਿੰਦਗੀ ਦੇ ਅਰਥ ਬਦਲ ਜਾਣ। ਜੇ ਉਹ ਇੱਕ ਕਿਨਕਾ ਅੰਦਰ ਵਸ ਜਾਏ। ਸਤਿਗੁਰੂ ਜੀ ਕਿਰਪਾ ਕਰੋ, ਜਿਤ ਦੁਆਰੈ ਉਭਰੈ ਤਿਥੈ ਲੇਹੋ ਉਬਾਰ। ਜਿਹੜਾ ਅੰਦਰ ਸ਼ਬਦ ਵੱਜਦਾ ਉਹ ਕਿਰਪਾ ਕਰੋ, ਅੰਦਰ ਰਹਿਸ ਪੈਦਾ ਹੋਏ, ਅੰਦਰ ਤਰਸ ਪੈਦਾ ਹੋਏ। ਇਹ ਬਚ ਨਹੀਂ ਸਕਦਾ ਕੋਈ। ਕਹਿੰਦੇ ਰਸਨਾਗਰ ਜਿੰਨਾ ਇਹਨਾਂ ਨੇ ਜ਼ੁਬਾਨ ਤੋਂ ਬੋਲਿਆ, ਜਿੰਨਾ ਪੜਿਆ ਹੈ, ਕਹਿੰਦੇ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਤੀਰਥ ਗਵਨ ਨਾ ਥੋਰੀ। ਤੀਰਥਾਂ ਤੇ ਜਾ ਕੇ ਤੀਰਥ ਜਾਉਂ ਤਾਂ ਹਾਂ ਹਾਂ ਕਰਤਾ, ਪੰਡਤ ਪੁੱਛੇ ਤਾਂ ਮਾਇਆ ਰਹਿਤਾ। ਇਹ ਹੈ ਗ੍ਰਹਿ ਤਜ ਬਨ ਖਟ ਜਾਈਐ, ਚੁਣ ਖਾਈਐ ਕੰਡਾ, ਅਜੂ ਬਿਕਾਰ ਨਾ ਛੋੜੀ ਪਾਪੀ ਮਨ ਮੰਦਾ। ਇਹ ਹੈ ਗ੍ਰਹਿ ਛੱਡ ਕੇ ਅਸੀਂ ਖਟ ਸ਼ਾਸਤਰ ਵੀ ਪੜ੍ਹ ਲਿਆ। ਅੱਗੇ ਫਿਰ ਇਹ ਵੀ ਕਰ ਲਿਆ ਕਿ ਤੀਰਥਾਂ ਤੇ ਜਾ ਕੇ ਅਸੀਂ ਸੋਚਿਆ ਕਿ ਮੈਲ ਲੱਥ ਜਾਏਗੀ। ਪਰ ਸਤਿਗੁਰੂ ਜੀ ਕਹਿੰਦੇ ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੁੰਬੜੀ। ਤੁੰਬੜੀ ਹੁਣ ਅਸੀਂ ਕਿਵੇਂ ਸਮਝਾਈਏ ਸ਼ਹਿਰੀਆਂ ਨੂੰ? ਤੁੰਬੜੀ ਕੀ ਹੈ, ਤੁੰਬੀ ਕੀ ਹੈ? ਇੱਕ ਰੁੱਖ ਤੇ ਖਖੜੀਆਂ ਵਰਗਾ ਫਲ ਲੱਗਦਾ, ਦੇਖਣ ਨੂੰ ਮਿੱਠਾ ਲੱਗਦਾ, ਪਰ ਅੰਦਰੋਂ ਕੌੜਾ। ਆ ਇਸ ਤਰ੍ਹਾਂ ਕਹੀਏ ਜੀ, ਜੇ ਕਰੇਲਾ ਲੈ ਲਈਏ, ਕਰੇਲੇ ਨੂੰ ਬਾਹਰੋਂ ਧੋਈ ਜਾਈਏ, ਕਿ ਕਰੇਲਾ ਅੰਦਰੋਂ ਮਿੱਠਾ ਹੋ ਜਾਏਗਾ ਕਿ ਕੁੜੱਤਨ ਖਤਮ ਹੋਏ? ਨਹੀਂ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੋਰ। ਬਾਹਰੋਂ ਜਿੰਨਾ ਮਰਜੀ ਪਿੰਡੇ ਨੂੰ ਸੋਚਾ, ਸੋਚਣਾ ਉਹ ਵਈ ਜੇ ਸੋਚੀ ਲੱਖ ਵਾਰ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਿਕੋਰ। ਸਾਧ ਭਲੇ ਅਣਨਾਤਿਆਂ, ਜਿਨ੍ਹਾਂ ਨੇ ਅੰਤਰਗਤ ਤੀਰਥ ਮਲ ਨਾਓ, ਅੰਦਰ ਦਾ ਇਸ਼ਨਾਨ ਕਰ ਲਿਆ ਨਾ, ਉਹ ਭਲੇ ਨੇ। ਸਾਧ ਭਲੇ ਅਣਨਾਤਿਆਂ, ਜਿਹੜੇ ਬਾਹਰ ਦਾ ਰੋਲਾ ਪਾਈ ਜਾਂਦੇ ਆ,
चोर से चोरा चोर, श्री राग महला पहला। ये सुन लो, 25 अंग ते सुशोभित। अछल छलाई नह छलै, नह घाओ कटारा कर सकै। ये भाई माया ऐसी है, ना तीर्थां ते जाके, ना पाठां दे रटन ते, ना ज्ञान ध्यान नूं इकट्ठा करन ते। अछल है, नह छलै, नह घाओ कटारा कर सके। कोई कटार कोई तलवार इहदे उत्ते वार नहीं कर सकती। ज्यों साहिब राखै त्यों रहै, इस लोभी का जियो टल पलै। कहंदे ये माया लोभ पैदा कर देंदी है। ये मन कदी ऐ कदी ऐ, कदी ऐ कदी ऐ। अज दी विचार इस तुक ते छड्डांगे कि ये माया की है, माया किस नूं आखी है। क्या माया कर्म कमा है? दुख सुख जियो बद है। कहंदे आ जिहड़ी माया ना सुनो, दुख सुख विच जियो बद है, हौमै कर्म कमाए। इधरों शुरू करांगे कल दी विचार कि माया किनू आख्या जाता है। क्योंकि हुण फतेह आबी पाउणी है, इनू काबू करना है, तो इनू काबू करन लई इनू समझना जरूरी। आ समझ आ गया कि एक पासे सुहागण है, सरदा नहीं किसी दा, कि गृह शोभा है, घर दी शोभा है, सुहागण है, पर एक पासे नकटी भी है, नाको काटी भी है। पर नाको काटी कानो काटी किस तरह काबू करिए? भगत ते विवेकी किवें बणीए? सतगुरु जी गुरु अर्जन साहब जी अगे कृपा करदे, पूजा चक्र बरत नेम तपिया, ऊहां गैल ना छोरी। भावें तप कर लो, भावें अपने पिंडे उत्ते चक्कर बना लो। कई चक्कर बना लेंदे, लै जी साडे हुण लागे माया नहीं आ सकदी, असी हाथ उत्ते बांह ते बना लिया चक्कर। सतगुरु जी कहंदे भावें ये भी बना लो। जिन्ना चिर तक चौगिरद राम दा नहीं बनाया बंदगी करके, जिन्ना करके सतगुरु जी कहंदे ये लागे नहीं आउंदी, उन्ना चिर तक बच नहीं सकदा। ये छड्डदी नहीं है। इनू ही क्या गैल ना छोरी, पिछा नहीं छड्डदी ये किसी दा। सतगुरु जी कहंदे अंधकूप मह पतित होत जग, सारा जग पतित हो रहा है। हुण माया दा कन्ना हटा के माया किवें बने? हुण प्रश्न ये खड़ा होंदा है। माया होगी नकटी, माया होगी बख्शिश। बाणी दे विच माया लफ्ज आया माया लई, पाप लई, माड़े कर्मां लई, ते माया आया कृपा लई। शब्द है जी गुरु अर्जन साहब जी, दया मया कर प्राणपत मोरे, मोहे अनाथ शरण प्रभ तोरी। अंधकूप मह हाथ दे राखों, कछु सियाणप मुकत ना मोरी, उकत ना मोरी। मेरी सियाणप नहीं चल सकती कि मैं इस माया नू मार ला। अंधकूप मह हाथ दे राखों, ये अंधकूप है। अंधकूप मह पतित होत जग, संतो करो परमगत मोरी। संतां दी शरण दे विच आके ही माया तो बचिया जा सकता है। पर किवें बचिया जा सकता है? इस बाबत गुरु अर्जन साहब महाराज जी कहंदे, साध संगत नानक भयो मुक्ता। किन्हां चीज़ां तो मुक्त होना है? किहड़ी किहड़ी चीज़ां साडे मन नूं, साडे तन नूं, साडी सुरती नूं, साडी बिरती नूं, साडे हृदय नूं, साडे चिंतन नूं, साडे अंतशकरण नूं चिंबड़ी बैठी है। किहड़ी किहड़ी चीज़ तो मुक्ता होना है? साध संगत नानक भयो मुक्ता, दर्शन पेखत भोरी। भोरी कहंदे सतगुरु जी दा भोरक जिन्ना दर्शन हो जाए ना, इस माया दी मलीन बिरती तो बचिया जा सकता है। तिस दस प्यारे सिर तली उतारे, एक भोरी दर्शन दीजै। नैन हमारे प्रिय रंग रंगारे, एक तिल पीना तरीजै। दुनिया दी जिन्नी बिरती है, जिन्ना पसारा है, एक दिन मनुख दे कोल ऐसी अवस्था बनती है जिस दिन उन्होंने ये एहसास होंदा है कि जिन्हां मायक पदार्थां तो, मैटरलिस्टिक चीज़ां तो मैं सुखां दी भाल करदा फिरदा सी, असल दे विच वो भुलेखा सी। वो भुलेखा सी। इन्हां जिन्हां तो मैं सुख भालदा फिरदा सी, इन्हां तो सुख मैनूं नहीं मिलिया। पर कहंदे जिस वेले होश आई, उस वेले प्राणा दी गंढ खुलण दा समा आ गया। उस वेले होश आई, फिर समा नहीं होया हुण मन नूं किवें काबू करिए। सतगुरु जी कृपा करन, कल दी शब्द दी विचार दे विच अज दी लड़ी नूं अगे तोरांगे। आ सुहागन तो नकटी तक दा सफर माया दा,
ਇਹਦੇ ਵਿਚਕਾਰ ਦੀ ਬਿਰਤੀ ਵਿੱਚ ਸੰਗਤ ਦੇ ਵਿੱਚ ਬੈਠ ਕੇ ਕਿਵੇਂ ਬਚਿਆ ਜਾ ਸਕਦਾ? ਕੌਣ ਵਿਵੇਕੀ ਬਚਦਾ ਹੈ, ਕਿਹੜਾ ਇਹਨੂੰ ਫਤਿਹਯਾਬੀ? ਕਿਉਂਕਿ ਆਮ ਕਰਕੇ ਨਾ ਇਹ ਸਾਡੀ ਮਨੌਤ ਹੈ, ਜਿਹਦੇ ਕੋਲ ਬਹੁਤ ਹੋ ਗਈ ਨਾ ਉਹ ਮਾਇਆ ਤੋਂ ਬਚ ਗਿਆ। ਪਰ ਇਸ ਭੁਲੇਖੇ ਨੂੰ ਵੀ ਕੱਲ ਦੂਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ। ਅੱਜ ਸਮਾਂ ਸਮਾਪਤ ਹੈ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਾਰੰਗ ਰਾਗ ਦੇ ਵਿੱਚ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਸਨਮੁਖ ਰੱਖੀ ਹੈ, ਜਿਹੜੀ ਮੋਹਣੀ ਦੇ ਉੱਤੇ ਸੀ, ਜਿਨਨੇ ਸਾਰਿਆਂ ਨੂੰ ਮੋਹਿਆ ਹੋਇਆ। ਸਤਿਗੁਰੂ ਜੀ ਮਿਹਰ ਕਰਨ। ਕੱਲ ਦੀ ਵਿਚਾਰ ਦੇ ਵਿੱਚ ਕੱਲ ਦਾ ਦਿਨ ਹੋਰ ਆਪ ਸੰਗਤਾਂ ਦੀ ਸੇਵਾ ਚਰਨਬੋਸੀ ਕਰਨ ਦਾ ਸੁਭਾਗ ਹੈ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਗੁਰੂ ਸੰਗਤ ਬਖਸ਼ਣ ਯੋਗ ਹੈ। ਧੰਨਵਾਦ ਸਾਰਿਆਂ ਦੇ ਮਾਣ ਪਿਆਰ ਦਾ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।